ਸਰੀ ਦੀ ਨਵੀਂ ਚੁਣੀ ਗਈ ਮੇਅਰ ਬ੍ਰੈਂਡਾ ਲੌਕ ਵੱਲੋਂ ਚੋਣ ਜਿੱਤਣ ਅਤੇ ਅਹੁਦਾ ਸੰਭਾਲਣ ਤੋਂ ਬਾਅਦ ਇਹ ਦਾਅਵਾ ਕੀਤਾ ਗਿਆ ਸੀ ਕਿ ਉਹ ਪੁਲਿਸ ਤਬਦੀਲੀ ਨੂੰ ਰੋਕਣਗੇ ਅਤੇ ਆਰਸੀਐਮਪੀ ਹੀ ਸਰੀ ਵਿੱਚ ਸੇਵਾਵਾਂ ਦੇਵੇਗੀ। ਇਸ ਬਿਆਨ ਤੋਂ ਬਾਅਦ ਲੋਕਲ ਪੁਲਿਸ ਦੇ ਹੱਕ 'ਚ ਖੜਨ ਵਾਲੇ ਲੋਕਾਂ ਦੇ ਮਨਾਂ ਵਿੱਚ ਵੀ ਚਰਚਾ ਚੱਲ ਰਹੀ ਹੈ ਅਤੇ ਸਰੀ ਪੁਲਿਸ ਯੂਨੀਅਨ ਵੱਲੋਂ ਵੀ ਸਪਸ਼ਟ ਕੀਤਾ ਗਿਆ ਹੈ ਕਿ ਉਹ ਆਰਸੀਐਮਪੀ ਜੁਆਇਨ ਨਹੀਂ ਕਰਨਗੇ। ਸਿਟੀ ਕੌਂਸਲ ਦੀ ਹੋਣ ਵਾਲੀ ਮੀਟਿੰਗ ਵਿੱਚ ਪੁਲਿਸਿੰਗ ਦਾ ਮੁੱਦਾ ਸਭ ਤੋਂ ਅਹਿਮ ਹੋਣ ਵਾਲਾ ਹੈ। ਅੱਜ ਹੋਣ ਵਾਲੀ ਕੌਂਸਲ ਮੀਟਿੰਗ ਵਿੱਚ ਇਸ ਮੁੱਦੇ ਉੱਤੇ ਬਾਹਰ ਅਤੇ ਅੰਦਰ ਦੋਵੇਂ ਪਾਸੇ ਚਰਚਾ ਚੱਲ ਸਕਦੀ ਹੈ, ਕਿਉਂਕਿ ਮੀਟਿੰਗ ਦੌਰਾਨ ਇਸ ਪੂਰੇ ਮਸਲੇ ਉੱਤੇ ਸਮੀਖਿਆ ਕੀਤੀ ਜਾਵੇਗੀ, ਕਿਉਂਕਿ ਸਰੀ ਪੁਲਿਸ ਯੂਨੀਅਨ ਦੇ 94% ਮੁਲਾਜ਼ਮ ਲਿਖਤੀ ਰੂਪ 'ਚ ਦੇ ਚੁੱਕੇ ਨੇ ਕਿ ਜੇ ਸਰੀ ਪੁਲਿਸ ਭੰਗ ਹੁੰਦੀ ਹੈ ਤਾਂ ਉਹ ਆਰਸੀਐਮਪੀ ਦੀ ਕਿਸੇ ਵੀ ਟੁਕੜੀ ਦਾ ਹਿੱਸਾ ਨਹੀਂ ਬਣਨਗੇ। ਦੂਜੇ ਪਾਸੇ ਮੇਅਰ ਬ੍ਰੈਂਡਾ ਲੌਕ ਲਗਾਤਾਰ ਇਹ ਆਖ ਰਹੇ ਨੇ ਕਿ ਜਿਨ੍ਹਾਂ ਪੁਲਿਸ ਅਧਿਕਾਰੀਆਂ ਨੇ ਟ੍ਰੇਨਿੰਗ ਪੂਰੀ ਕਰ ਲਈ ਹੈ ਅਤੇ ਉਹ ਸਰੀ ਨੂੰ ਚੰਗੀ ਤਰ੍ਹਾਂ ਜਾਣਦੇ ਨੇ, ਉਹ ਇਸ ਤਬਦੀਲੀ ਨੂੰ ਰੋਕਣ ਤੋਂ ਬਾਅਦ ਨਾਲ ਆਉਣਗੇ ਅਤੇ ਆਰਸੀਐਮਪੀ ਵਿੱਚ ਸੇਵਾਵਾਂ ਦੇਣਗੇ। ਜਿਨ੍ਹਾਂ ਕਿਸੇ ਵੀ ਅਧਿਕਾਰੀ ਨੂੰ ਪਿੱਛੇ ਨਾ ਛੱਡਣ ਦੀ ਗੱਲਬਾਤ ਕੀਤੀ ਹੈ, ਪਰ ਸਰੀ ਪੁਲਿਸ ਦੇ ਅਧਿਕਾਰੀ ਇਸ ਲਈ ਤਿਆਰ ਨਹੀਂ ਜਾਪਦੇ ਅਤੇ ਨਾ ਹੀ ਉਹ ਕੋਈ ਇਸ ਤਰ੍ਹਾਂ ਦੀ ਇੱਛਾ ਰੱਖਦੇ ਨੇ। ਕਾਬਲੇ ਗੌਰ ਹੈ ਕਿ ਬ੍ਰਿਟਿਸ਼ ਕੋਲੰਬੀਆ ਪ੍ਰੋਵਿੰਸ਼ੀਅਲ ਸਰਕਾਰ ਵੱਲੋਂ ਫਰਵਰੀ 2020 ਦੇ ਵਿੱਚ ਪੁਲਿਸ ਤਬਦੀਲੀ ਦੀ ਐਪਲੀਕੇਸ਼ਨ ਨੂੰ ਮਨਜ਼ੂਰ ਕਰ ਲਿਆ ਗਿਆ ਸੀ, ਜਿਸ ਦੇ ਬਾਅਦ ਉਸ ਸਮੇਂ ਦੇ ਮੇਅਰ ਡਗ ਮੈਕਲਮ ਵੱਲੋਂ ਆਰਸੀਐਮਪੀ ਨਾਲ ਹੋਏ ਸਮਝੌਤੇ ਨੂੰ ਖਤਮ ਕਰਨ ਲਈ ਕਦਮ ਅੱਗੇ ਵਧਾਏ ਗਏ ਅਤੇ ਸਰੀ ਪੁਲਿਸ ਵਿੱਚ ਭਰਤੀ ਅਤੇ ਬਾਕੀ ਪ੍ਰਕਿਰਿਆਵਾਂ ਜਾਰੀ ਰਹੀਆਂ। ਪਰ ਪਿੱਛੇ ਹੋਈਆਂ ਮਿਊਨਿਸਪਲ ਚੋਣਾਂ 'ਚ ਡਗ ਮੈਕਲਮ ਚੋਣ ਹਾਰ ਗਏ ਅਤੇ ਮੌਜੂਦਾ ਮੇਅਰ ਬ੍ਰੈਂਡਾ ਲੌਕ ਚੋਣਾਂ ਵਿੱਚ ਇਸ ਪੁਲਿਸ ਤਬਦੀਲੀ ਨੂੰ ਰੋਕਣ ਦਾ ਵਾਅਦਾ ਕਰਕੇ ਹੀ ਸੱਤਾ ਦੇ ਵਿੱਚ ਆਏ ਨੇ। ਮਾਹਿਰਾਂ ਦਾ ਕਹਿਣਾ ਹੈ ਕਿ ਲੌਕ ਨੂੰ ਤਬਦੀਲੀ ਰੋਕਣ ਦਾ ਕਦਮ ਚੁੱਕਣ ਸਮੇਂ ਚੌ ਪਾਸੇ ਤੋਂ ਤਿੱਖੇ ਵਿਰੋਧ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਲਈ ਮੇਅਰ ਵੱਲੋਂ ਪੁਲਿਸਿੰਗ ਸੰਬੰਧੀ ਸਮੀਖਿਆ ਦੇ ਨਾਲ ਬਾਕੀ ਸਾਰੇ ਪੱਖਾਂ ਨੂੰ ਵੀ ਘੋਖਿਆ ਜਾਵੇਗਾ। ਸੁਭਾਵਨਾ ਹੈ ਕਿ ਪੁਲਿਸ ਤਬਦੀਲੀ ਰੋਕਣ ਲਈ ਅੱਜ ਰਾਤ ਨੂੰ ਵੋਟਿੰਗ ਵੀ ਕਰਵਾਈ ਜਾ ਸਕਦੀ ਹੈ। ਮਹਿੰਗਾਈ ਤੋਂ ਕੈਨੇਡੀਅਨ ਲੋਕ ਬੁਰੀ ਤਰ੍ਹਾਂ ਪਰੇਸ਼ਾਨ ਨੇ। ਬੈਂਕ ਆਫ ਕੈਨੇਡਾ ਵੱਲੋਂ ਵਧਾਏ ਗਏ ਇੰਟਰਸਟ ਰੇਟ ਦੇ ਨਾਲ ਲੋਕਾਂ ਦੀਆਂ ਕਿਸ਼ਤਾਂ ਤਾਂ ਜ਼ਰੂਰ ਲੋਨ ਦੀਆਂ ਵੱਧ ਗਈਆਂ ਨੇ, ਪਰ ਮਹਿੰਗਾਈ ਘਟਣ ਦਾ ਨਾਮ ਨਹੀਂ ਲੈ ਰਹੀ। ਕੈਨੇਡਾ ਭਰ ਦੇ ਵਿੱਚ ਗੈਸ ਦੀਆਂ ਕੀਮਤਾਂ 'ਚ ਵਾਧਾ ਲਗਾਤਾਰ ਜਾਰੀ ਹੈ, ਜਿਸ ਨਾਲ ਹਰ ਸੈਕਟਰ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਤੇ ਲੋਕਾਂ ਦੀ ਜੇਬ ਤੇ ਬੋਝ ਵੀ ਵਧ ਰਿਹਾ ਹੈ। ਪਰ ਹੁਣ ਗੈਸ ਦੀਆਂ ਕੀਮਤਾਂ ਘਟਣ ਨਾਲ ਲੋਕਾਂ ਨੂੰ ਥੋੜੀ ਰਾਹਤ ਜ਼ਰੂਰ ਮਿਲੀ ਹੈ, ਪਰ ਲੋਕ ਪੁਰਾਣੇ ਰੇਟ ਦੀ ਇੱਛਾ ਰੱਖਦੇ ਨੇ। ਬੇਸ਼ੱਕ ਇਹ ਰੇਟ ਉੱਪਰ ਥੱਲੇ ਹੁੰਦੇ ਰਹਿੰਦੇ ਨੇ, ਪਰ ਇਸ ਦੇ ਬਾਵਜੂਦ ਵੀ ਹਾਲੇ ਤੱਕ ਰੇਟ ਪੁਰਾਣੀਆਂ ਕੀਮਤਾਂ ਤੋਂ ਜ਼ਿਆਦਾ ਨੇ। ਜੇਕਰ ਮੈਟਰੋ ਵੈਨਕੂਵਰ ਦੀ ਗੱਲ ਕਰੀਏ ਤਾਂ ਇੱਥੇ ਇਹ ਕੀਮਤਾਂ ਘਟ ਕੇ ਰੈਗੂਲਰ $1.90 ਉੱਪਰ ਆ ਗਈਆਂ ਨੇ ਅਤੇ ਇਹਨਾਂ ਦੇ ਹੋਰ ਹੇਠਾਂ ਆਉਣ ਦੀ ਸੰਭਾਵਨਾ ਵੀ ਹੈ, ਕਿਉਂਕਿ ਇਹ ਕੀਮਤਾਂ ਸ਼ੁੱਕਰਵਾਰ ਤੋਂ ਹੁਣ ਤੱਕ ਲਗਭਗ 15 ਸੈਂਟ ਹੇਠਾਂ ਆਈਆਂ ਨੇ। gasbuddy.com ਅਨੁਸਾਰ ਪੂਰੇ ਦੇਸ਼ ਵਿੱਚ ਹੀ ਕੀਮਤਾਂ ਹੇਠਾਂ ਜਾਣ ਦਾ ਰੁਝਾਨ ਜਾਰੀ ਹੈ। ਚਰਚਾ ਹੈ ਕਿ ਪਿਛਲੇ ਹਫ਼ਤੇ ਦੌਰਾਨ ਰਿਫਾਈਨਿੰਗ ਕਾਰਜਾਂ ਵਿੱਚ ਵੀ ਸੁਧਾਰ ਹੋਇਆ ਅਤੇ ਕਰੂਡ ਆਇਲ ਦੀ ਕੀਮਤ $90 ਪ੍ਰਤੀ ਬੈਰਲ ਤੋਂ ਹੇਠਾਂ ਆ ਗਈ ਹੈ। ਮਾਹਿਰਾਂ ਅਨੁਸਾਰ ਆਉਣ ਵਾਲੇ ਦਿਨਾਂ 'ਚ ਕੀਮਤਾਂ ਘਟਣ ਦਾ ਰੁਝਾਨ ਜਾਰੀ ਰਹਿ ਸਕਦਾ। ਉਹਨਾਂ ਆਖਿਆ ਕਿ ਬੇਸ਼ੱਕ ਹਾਲੇ ਵੀ ਨਵੰਬਰ ਵਿੱਚ ਕੀਮਤਾਂ ਹੁਣ ਤੱਕ ਦੇ ਇਤਿਹਾਸ ਵਿੱਚ ਰਿਕਾਰਡ ਉੱਚੀਆਂ ਨੇ, ਪਰ ਲੋਕਾਂ ਨੂੰ ਰਾਹਤ ਜ਼ਰੂਰ ਮਹਿਸੂਸ ਹੋਵੇਗੀ। ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਐਤਵਾਰ ਤੱਕ ਕੀਮਤਾਂ 34.5 ਸੈਂਟ ਜ਼ਿਆਦਾ ਸਨ। ਮੌਜੂਦਾ ਕੀਮਤ ਪਿਛਲੇ ਮਹੀਨੇ ਦੇ ਮੁਕਾਬਲੇ ਮਹਿਜ 20 ਸੈਂਟ ਘੱਟ ਹੈ। ਪੂਰੇ ਬ੍ਰਿਟਿਸ਼ ਕੋਲੰਬੀਆ 'ਚ ਔਸਤਨ $1.90 ਉੱਪਰ ਕੀਮਤ ਹੈ। ਇਸ ਤੋਂ ਲੋਕਾਂ ਉੱਤੇ ਬੋਝ ਲਗਾਤਾਰ ਪੈ ਰਿਹਾ। ਮਹਿੰਗਾਈ ਦੇ ਨਾਲ ਕੈਨੇਡੀਅਨ ਸਰਕਾਰਾਂ ਤੋਂ ਨਾਰਾਜ਼ ਦਿਖਾਈ ਦੇ ਰਹੇ ਨੇ ਤੇ ਇਸ ਨੂੰ ਠੱਲਣ ਲਈ ਠੋਸ ਕਦਮ ਚੁੱਕਣ ਦੀ ਗੱਲਬਾਤ ਵੀ ਕਰ ਰਹੇ ਨੇ। ਬੇਸ਼ੱਕ ਬੈਂਕ ਆਫ ਕੈਨੇਡਾ ਮਹਿੰਗਾਈ ਦਰ ਨੂੰ 2% ਤੇ ਲਿਆਉਣ ਲਈ ਕਦਮ ਚੁੱਕ ਰਿਹਾ ਅਤੇ ਇਸ ਟੀਚੇ ਨੂੰ ਹਾਸਲ ਕਰਨ ਲਈ ਹੋਰ ਕਦਮ ਠੋਸ ਕਰਨ ਦਾ ਇਸ਼ਾਰਾ ਵੀ ਕਰ ਰਿਹਾ ਹੈ, ਪਰ ਲੋਕ ਰਾਹਤ ਭਰੀ ਖਬਰ ਦਾ ਇੰਤਜ਼ਾਰ ਕਰ ਰਹੇ ਨੇ ਕਿ ਕਦੋਂ ਮਹਿੰਗਾਈ ਤੇ ਲਗਾਮ ਲੱਗੇਗੀ। ਓਨਟਾਰੀਓ ਦੇ ਚੋਟੀ ਦੇ ਡਾਕਟਰ ਵੱਲੋਂ ਇੱਕ ਵਾਰ ਮੁੜ ਮਾਸਕ ਲਾਜ਼ਮੀ ਕਰਨ ਤੇ ਵਿਚਾਰ ਕੀਤਾ ਜਾ ਰਿਹਾ ਹੈ ਅਤੇ ਬੱਚਿਆਂ ਲਈ ਮਾਸਕ ਲਾਜ਼ਮੀ ਕੀਤਾ ਜਾਵੇਗਾ। ਇਹ ਜਾਣਕਾਰੀ ਓਨਟਾਰੀਓ ਦੇ ਸਿਹਤ ਦੇ ਮੁੱਖ ਮੈਡੀਕਲ ਅਫਸਰ ਡਾਕਟਰ ਕੀਰਨ ਮੂਰ ਵੱਲੋਂ ਦਿੱਤੀ ਗਈ ਹੈ। ਮੂਰ ਨੇ ਆਖਿਆ ਕਿ ਉਹਨਾਂ ਵੱਲੋਂ ਪਹਿਲਾਂ ਵੀ ਆਖਿਆ ਗਿਆ ਸੀ ਕਿ ਜੇਕਰ ਬਿਮਾਰੀਆਂ ਦਾ ਪੁਨਰ ਉਭਾਰ ਦੇਖਣ ਨੂੰ ਮਿਲਿਆ ਤਾਂ ਮਾਸਕ ਲਾਜ਼ਮੀ ਕੀਤਾ ਜਾਵੇਗਾ ਤੇ ਇਸ ਦੇ ਨਾਲ ਹੀ ਓਨਟਾਰੀਓ ਦੇ ਪ੍ਰੀਮੀਅਰ ਡਗ ਫੋਰਡ ਵੱਲੋਂ ਵੀ ਆਖਿਆ ਗਿਆ ਕਿ ਉਹ ਘੱਟ ਸੁਰੱਖਿਅਤ ਥਾਂ ਦੇ ਹਾਲਾਤ ਵਿੱਚ ਓਨਟਾਰੀਓ ਵਾਸੀਆਂ ਨੂੰ
ਮਾਸਕ ਪਾ ਕੇ ਰੱਖਣ ਦੀ ਅਪੀਲ ਕਰਦੇ ਨੇ। Direction from Dr. Moore. I've said that from day one. Dr. Moore will be out tomorrow with Dr. Simpson. We have experts all over this right now. We have, as I mentioned, Dr. Moore, Dr. Simpson from Ontario Health, along with Matt Anderson, along with Dr. Zahn, the Deputy Minister, and let's not forget Michelle D'Emmanuel that ran Trillium Hospital as well. I was in conversations with 7 hospitals across Ontario on Friday. I spoke to every single CEO. We're pulling out every single stop along with them to make sure that we have the capacity to handle the flu season. So I just, a couple things. Wear a mask every time possible, number one. Number two, get a vaccination shot, and if you haven't already received yours, and get a flu shot. So those are the recommendations I have, but I have confidence in the system that yes, will there be bumps in the road, and we're working on solutions every single day. They're being very creative. Each CEO that I spoke to, they're thinking outside the box. No matter if it's CHEO up in Ottawa, bringing in Orange paramedics, highly trained, and or just making sure that we continue to hire more nurses. Folks, this is what it comes down to. We need more doctors, more nurses, and we're doing both. Making sure that we build the infrastructure that we're doing. We're spending $40 billion on 50 additions, and I wish I could snap my fingers and add more hospitals immediately. But it was from decades of neglect that we're in this position on the capacity, and we're just going to continue building. And that's going to maybe take a couple of years. But we're going to continue doing that. ਬੇਸ਼ੱਕ ਹੁਣ ਕੋਵਿਡ-19 ਵਾਇਰਸ ਦਾ ਪ੍ਰਭਾਵ ਘਟ ਚੁੱਕਿਆ ਤੇ ਸਰਕਾਰਾਂ ਵੱਲੋਂ ਲਗਾਈਆਂ ਗਈਆਂ ਪਾਬੰਦੀਆਂ ਵੀ ਲਗਭਗ ਹਟਾ ਦਿੱਤੀਆਂ ਗਈਆਂ ਨੇ, ਪਰ ਸਰਕਾਰਾਂ ਵੱਲੋਂ ਇਸ ਵਾਇਰਸ ਨਾਲ ਲੜਨ ਲਈ ਚੁੱਕੇ ਗਏ ਕਦਮ ਹਮੇਸ਼ਾ ਚਰਚਾ ਵਿੱਚ ਰਹਿੰਦੇ ਨੇ। ਹੁਣ ਐਨਡੀਪੀ ਵੱਲੋਂ ਇਸ ਸੰਬੰਧੀ ਇੱਕ ਬਿਆਨ ਦਿੱਤਾ ਗਿਆ। ਪਾਰਟੀ ਦਾ ਕਹਿਣਾ ਹੈ ਕਿ ਹੁਣ ਸਮਾਂ ਆ ਚੁੱਕਿਆ ਹੈ ਕਿ ਕੈਨੇਡੀਅਨ ਇਹ ਜਾਣ ਸਕਣ ਕਿ ਫੈਡਰਲ ਸਰਕਾਰ ਵੱਲੋਂ ਕੋਵਿਡ ਨੂੰ ਕਿਸ ਢੰਗ ਦੇ ਨਾਲ ਰੋਕਿਆ ਗਿਆ ਹੈ। ਸਰਕਾਰ ਦੇ ਕਦਮ ਸਹੀ ਅਤੇ ਪ੍ਰਭਾਵਸ਼ਾਲੀ ਸਨ ਜਾਂ ਨਹੀਂ, ਉਹਨਾਂ ਇਸ ਸੰਬੰਧੀ ਇੱਕ ਜਨਤਕ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। ਐਨਡੀਪੀ ਦੇ ਹੈਲਥ ਕ੍ਰਿਟਿਕ ਡੌਨ ਡੇਵਿਸ ਨੇ ਆਖਿਆ ਕਿ ਹੁਣ ਸਮਾਂ ਆ ਗਿਆ ਕਿ ਸਰਕਾਰ ਇਸ ਗੱਲ ਉੱਤੇ ਮੁੜ ਵਿਚਾਰ ਕਰੇ ਕਿ ਸੰਕਟ ਨਾਲ ਲੜਨ ਲਈ ਸਰਕਾਰ ਦੇ ਪ੍ਰਬੰਧ ਪੁਖਤਾ ਸਨ ਜਾਂ ਨਹੀਂ, ਅਤੇ ਜੋ ਕਾਰਵਾਈਆਂ ਸਰਕਾਰ ਨੇ ਕੀਤੀਆਂ ਉਹ ਜ਼ਰੂਰੀ ਅਤੇ ਪ੍ਰਭਾਵਸ਼ਾਲੀ ਸਨ ਜਾਂ ਨਹੀਂ। ਉਹਨਾਂ ਆਖਿਆ ਕਿ ਇਹ ਸਭ ਦਾ ਪਤਾ ਅਧਿਕਾਰਿਤ ਜਾਂਚ ਬੁਲਾ ਕੇ ਹੀ ਕੀਤਾ ਜਾ ਸਕਦਾ ਹੈ। ਜਿਨ੍ਹਾਂ ਆਖਿਆ ਕਿ ਮਹਾਮਾਰੀ ਦੀ ਸ਼ੁਰੂਆਤ ਤੇ ਹੀ ਸਪਸ਼ਟ ਸੀ ਕਿ ਕੈਨੇਡਾ ਇਸ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ ਨਹੀਂ ਸੀ। ਡੇਵਿਸ ਮੁਤਾਬਕ ਵਾਇਰਸ ਦੀ ਜਨਤਕ ਪਹਿਚਾਣ ਅਤੇ ਲੋਕਲ ਵੈਕਸੀਨ ਉਤਪਾਦਨ ਇਹਨਾਂ ਦੇ ਨਾਲ ਬਾਕੀ ਪੱਖਾਂ ਦੀਆਂ ਕਮਜ਼ੋਰੀਆਂ ਵੀ ਸਪਸ਼ਟ ਰੂਪ 'ਚ ਦੇਖੀਆਂ ਗਈਆਂ। ਇਸ ਲਈ ਜ਼ਰੂਰੀ ਹੈ ਕਿ ਲੋਕ ਇਸ ਬਾਰੇ ਆਪਣੀ ਪ੍ਰਤੀਕਿਰਿਆ ਦੇਣ ਅਤੇ ਅਧਿਕਾਰਤ ਜਾਂਚ ਤੋਂ ਬਾਅਦ ਕਮੀਆਂ ਸਾਹਮਣੇ ਜੇਕਰ ਆਉਂਦੀਆਂ ਨੇ ਤਾਂ ਭਵਿੱਖ ਵਿੱਚ ਅਜਿਹੀ ਸਥਿਤੀ ਨਾਲ ਨਜਿੱਠਣ ਲਈ ਹੋਰ ਕਿਹੜੇ ਸੁਚਾਰੂ ਠੋਸ ਕਦਮ ਚੁੱਕੇ ਜਾਣ ਦੀ ਜ਼ਰੂਰਤ ਹੈ ਉਸ ਦਾ ਵੀ ਪਤਾ ਲੱਗ ਸਕੇ। ਕਾਬਲੇ ਗੌਰ ਹੈ ਕਿ ਕੈਨੇਡਾ ਵਿੱਚ ਜਨਵਰੀ 2020 ਦੌਰਾਨ ਪਹਿਲਾ ਕੇਸ ਸਾਹਮਣੇ ਆਇਆ ਸੀ ਅਤੇ ਇਸ ਦੇ ਲਗਭਗ 2 ਮਹੀਨਿਆਂ ਦੇ ਬਾਅਦ ਮਾਰਚ ਵਿੱਚ ਵਰਲਡ ਹੈਲਥ ਆਰਗੇਨਾਈਜੇਸ਼ਨ ਨੇ ਇਸ ਨੂੰ ਮਹਾਮਾਰੀ ਘੋਸ਼ਿਤ ਕੀਤਾ ਸੀ। ਉਸ ਦੇ ਬਾਅਦ ਕੋਵਿਡ ਦੀ ਵੇਵ ਮਜ਼ਬੂਤ ਅਤੇ ਕਮਜ਼ੋਰ ਹੁੰਦੀ ਰਹੀ ਹੈ ਤੇ ਸਰਕਾਰ ਵੱਲੋਂ ਮਾਸਕ ਗੈਦਰਿੰਗ ਉੱਪਰ ਲਗਾਈ ਪਾਬੰਦੀ ਅਤੇ ਬਾਰਡਰ ਬੰਦ ਕਰਨਾ ਤੇ ਕੈਨੇਡਾ ਆਉਣ ਵਾਲਿਆਂ ਲਈ ਟੈਸਟ ਅਤੇ ਕੁਆਰੰਟਾਈਨ ਲਾਜ਼ਮੀ ਕੀਤਾ ਗਿਆ ਸੀ। ਇਸ ਤਰ੍ਹਾਂ ਦੇ ਕਦਮ ਸਮੇਂ-ਸਮੇਂ ਤੇ ਚੁੱਕੇ ਗਏ, ਜਿਸ ਨੂੰ ਲੈ ਕੇ ਬਾਅਦ ਦੇ ਵਿੱਚ ਲੋਕ ਵੱਖ-ਵੱਖ ਪ੍ਰਕਾਰ ਦੀਆਂ ਪ੍ਰਤੀਕਿਰਿਆਵਾਂ ਵੀ ਦਿੰਦੇ ਰਹੇ ਨੇ। ਇਸ ਲਈ ਐਨਡੀਪੀ ਮੰਗ ਕਰ ਰਹੀ ਹੈ ਕਿ ਇਸ ਤਮਾਮ ਬਾਰੇ ਵਿਆਪਕ ਪੱਧਰ ਤੇ ਅਤੇ ਜਨਤਕ ਤੌਰ ਤੇ ਪੱਖ ਸਾਹਮਣੇ ਆਵੇ ਤਾਂ ਜੋ ਸਰਕਾਰ ਦੀਆਂ ਕੋਸ਼ਿਸ਼ਾਂ ਬਾਰੇ ਪਤਾ ਲੱਗ ਸਕੇ ਅਤੇ ਭਵਿੱਖੀ ਰਣਨੀਤੀ ਵੀ ਤਿਆਰ ਹੋ ਸਕੇ। BC ਲਿਬਰਲ ਪਾਰਟੀ ਵੱਲੋਂ ਪਾਰਟੀ ਦਾ ਨਾਮ ਬਦਲ ਕੇ BC ਯੂਨਾਈਟਿਡ ਰੱਖਣ ਲਈ ਕਵਾਇਦ ਸ਼ੁਰੂ ਕਰ ਦਿੱਤੀ ਗਈ ਹੈ। ਜੂਨ ਮਹੀਨੇ ਦੌਰਾਨ ਹੋਏ ਪਾਰਟੀ ਸੰਮੇਲਨ ਵਿੱਚ ਨਾਮ ਬਦਲਣ ਨੂੰ ਮਨਜ਼ੂਰੀ ਦਿੱਤੀ ਗਈ ਸੀ। ਐਤਵਾਰ ਸਵੇਰੇ 10 ਵਜੇ ਤੋਂ ਸ਼ੁਰੂ ਹੋਈ ਵੋਟਿੰਗ ਮੰਗਲਵਾਰ ਸਵੇਰੇ 10 ਵਜੇ ਤੱਕ ਚੱਲੇਗੀ ਅਤੇ ਪਾਰਟੀ ਮੈਂਬਰ ਵੋਟ ਪਾ ਸਕਣਗੇ। 60% ਤੋਂ ਵਧੇਰੇ ਵੋਟਾਂ ਪੈਣ ਦੀ ਸੂਰਤ ਵਿੱਚ ਨਾਮ ਬਦਲਿਆ ਜਾਵੇਗਾ। ਆਪਣੀ ਲੀਡਰਸ਼ਿਪ ਚੋਣ ਲੜਨ ਮੌਕੇ ਪਾਰਟੀ ਦੇ ਲੀਡਰ ਕੈਵਿਨ ਫਾਲਕਨ ਨੇ ਪਾਰਟੀ ਦਾ ਨਾਮ ਬਦਲਣ ਨੂੰ ਆਪਣੇ ਪਲੇਟਫਾਰਮ ਦੇ ਵਿੱਚ ਸ਼ਾਮਲ ਕੀਤਾ ਸੀ। ਜ਼ਿਕਰਯੋਗ ਹੈ ਕਿ BC ਲਿਬਰਲਜ਼ ਫੈਡਰਲ ਲਿਬਰਲ ਨਾਲੋਂ
ਅਲੱਗ ਨੇ ਅਤੇ ਪਾਰਟੀ ਦੇ ਕੁਝ ਨੇਤਾਵਾਂ ਦਾ ਮੰਨਣਾ ਹੈ ਕਿ ਕੰਜ਼ਰਵੇਟਿਵ ਪਾਰਟੀ ਵੱਲ ਝੁਕਾਅ ਰੱਖਦੇ ਵੋਟਰ ਉਹਨਾਂ ਦੀ ਪਾਰਟੀ ਨਾਲੋਂ ਦੂਰ ਹੋ ਜਾਂਦੇ ਨੇ। ਇਸ ਮੌਕੇ ਬੋਲਦੇ ਹੋਏ ਕੈਵਿਨ ਫਾਲਕਨ ਨੇ ਕਿਹਾ ਸੀ ਕਿ ਸਾਡੀ ਪਾਰਟੀ ਦਾ ਨਾਮ ਦਹਾਕਿਆਂ ਤੋਂ ਲਗਾਤਾਰ ਬਹਿਸ ਦਾ ਵਿਸ਼ਾ ਰਿਹਾ ਹੈ। ਮੈਂ ਇਸ ਦਾ ਨਾਮ ਬਦਲਣ ਦੇ ਹੱਕ ਵਿੱਚ ਵੋਟ ਪਾਵਾਂਗਾ ਅਤੇ ਮੈਨੂੰ ਉਮੀਦ ਹੈ ਕਿ ਸਾਡੇ ਬਾਕੀ ਮੈਂਬਰ ਵੀ ਅਜਿਹਾ ਕਰਨਗੇ। ਪਾਰਟੀ ਦਾ ਕਹਿਣਾ ਹੈ ਕਿ ਕਰੀਬ 2000 ਨਾਵਾਂ ਵਿੱਚੋਂ ਇਹ ਨਾਮ ਚੁਣਿਆ ਗਿਆ ਹੈ ਕਿ BC ਯੂਨਾਈਟਿਡ ਇੱਕ ਨਵੇਂ ਵਿਕਲਪ ਦੇ ਰੂਪ ਵਿੱਚ ਦਰਸਾਉਂਦਾ ਹੈ ਜੋ ਕਿ ਪਾਰਟੀ ਮੈਂਬਰਾਂ ਦੀ ਏਕਤਾ ਨੂੰ ਦਰਸਾਉਂਦਾ ਹੈ। ਪਾਰਟੀ ਇਹ ਨਾਮ 1903 ਦੌਰਾਨ ਮਿਲਿਆ ਜਦੋਂ ਪ੍ਰੋਵਿੰਸ਼ੀਅਲ ਲੈਜਿਸਲੇਚਰ ਵੱਲੋਂ ਸਿਆਸੀ ਪਾਰਟੀਆਂ ਨੂੰ ਮਾਨਤਾ ਦਿੱਤੀ ਗਈ। BC ਲਿਬਰਲਸ ਮੂਲ ਰੂਪ 'ਚ ਫੈਡਰਲ ਲਿਬਰਲ ਦਾ ਅੰਗ ਸਨ, ਪਰ 1987 ਦੌਰਾਨ ਜਦੋਂ ਗੋਰਡਨ ਵਿਲਸਨ ਨੇ ਪਾਰਟੀ ਦੀ ਕਮਾਨ ਸੰਭਾਲੀ ਤਾਂ ਇਹ ਸੰਬੰਧ ਟੁੱਟ ਗਏ। ਵਿਲਸਨ ਨੇ ਉਸ ਸਮੇਂ ਪਾਰਟੀ ਦਾ ਪੁਨਰਗਠਨ ਕੀਤਾ ਤੇ 1991 ਦੌਰਾਨ ਪਾਰਟੀ ਸੈਂਟਰ ਰਾਈਟ ਵਿਚਾਰਾਂ ਵਾਲੀ ਪਾਰਟੀ ਬਣ ਗਈ, ਪਰ 2001 ਤੋਂ 2017 ਤੱਕ ਸੱਤਾ ਵਿੱਚ ਰਹੀ। ਇਸ ਸਮੇਂ BC ਲਿਬਰਲਸ ਕੋਲ ਕੁੱਲ 87 ਚੋਂ 27 ਸੀਟਾਂ ਨੇ। ਇਹਨਾਂ ਵੋਟਾਂ ਦੌਰਾਨ ਪਾਰਟੀ ਮੈਂਬਰਸ ਕੋਲ ਨਾਮ ਬਦਲ ਕੇ BC ਯੂਨਾਈਟਿਡ ਰੱਖਣ ਜਾਂ BC ਲਿਬਰਲਸ ਰਹਿਣ ਦੇਣ ਦੇ ਵਿਕਲਪ ਹੋਣਗੇ। ਪਾਰਟੀ ਦਾ ਕਹਿਣਾ ਹੈ ਕਿ ਜੋ ਵਿਅਕਤੀ ਆਨਲਾਈਨ ਤਰੀਕੇ ਨਾਲ ਵੋਟ ਨਹੀਂ ਦੇ ਸਕਦੇ ਉਹ ਫੋਨ ਰਾਹੀਂ ਆਪਣੀ ਵੋਟ ਪਾ ਸਕਦੇ ਨੇ। ਜੇਕਰ BC ਲਿਬਰਲਸ ਦਾ ਨਾਮ ਬਦਲ ਕੇ BC ਯੂਨਾਈਟਿਡ ਹੋ ਜਾਂਦਾ ਹੈ ਤਾਂ ਪਾਰਟੀ BC ਲਿਬਰਲਸ ਨਾਮ ਆਪਣੇ ਕੋਲ ਰੱਖੇਗੀ ਤਾਂ ਜੋ ਭਵਿੱਖ ਵਿੱਚ ਕੋਈ ਹੋਰ ਇਸ ਦੀ ਵਰਤੋਂ ਨਾ ਕਰ ਸਕੇ। ਓਨਟਾਰੀਓ ਸਰਕਾਰ ਵੱਲੋਂ ਉਸ ਕਾਨੂੰਨ ਨੂੰ ਰੱਦ ਕਰ ਦਿੱਤਾ ਜਾਵੇਗਾ ਜਿਸ ਕਾਰਨ ਐਜੂਕੇਸ਼ਨ ਵਰਕਰਸ ਉੱਪਰ ਕੰਟਰੈਕਟ ਮੜਿਆ ਗਿਆ ਸੀ ਤੇ ਉਹਨਾਂ ਤੋਂ ਹੜਤਾਲ ਕਰਨ ਦਾ ਅਧਿਕਾਰ ਖੋਹ ਲਿਆ ਗਿਆ ਸੀ। ਪ੍ਰੋਵਿੰਸ ਵੱਲੋਂ 55000 ਐਜੂਕੇਸ਼ਨ ਵਰਕਰਸ ਨੂੰ ਹੜਤਾਲ ਉੱਤੇ ਜਾਣ ਤੋਂ ਰੋਕਣ ਲਈ 3 ਨਵੰਬਰ ਨੂੰ ਬਿੱਲ ਪਾਸ ਕੀਤਾ ਗਿਆ ਸੀ। ਪਿਛਲੇ ਦਿਨਾਂ ਦੌਰਾਨ ਓਨਟਾਰੀਓ ਸਰਕਾਰ ਵਿਰੁੱਧ ਟੀਚਰਸ ਯੂਨੀਅਨ ਵੱਲੋਂ ਧਰਨਾ ਪ੍ਰਦਰਸ਼ਨ ਸ਼ੁਰੂ ਕੀਤਾ ਗਿਆ ਸੀ, ਜਿਸ ਕਾਰਨ ਪ੍ਰੋਵਿੰਸ ਦੇ ਕਈ ਸਕੂਲ ਇਨ ਪਰਸਨ ਲਰਨਿੰਗ ਲਈ 2 ਦਿਨਾਂ ਤੱਕ ਬੰਦ ਰਹੇ। ਇਸ ਹੜਤਾਲ ਨੂੰ ਰੋਕਣ ਦੇ ਲਈ ਫੋਰਡ ਸਰਕਾਰ ਵੱਲੋਂ ਇੱਕ ਬਿੱਲ ਵਿਧਾਨ ਸਭਾ 'ਚ ਲਿਆਂਦਾ ਗਿਆ ਜਿਸ ਅਨੁਸਾਰ ਇਸ ਹੜਤਾਲ ਨੂੰ ਗੈਰ ਕਾਨੂੰਨੀ ਕਰਾਰ ਦਿੱਤਾ ਗਿਆ ਅਤੇ ਸਿੱਧੇ ਰੂਪ ਦੇ ਵਿੱਚ ਹੜਤਾਲ ਕਰਨ ਦੀ ਸੂਰਤ 'ਚ ਅਧਿਆਪਕਾਂ ਤੇ ਯੂਨੀਅਨ ਨੂੰ ਜੁਰਮਾਨਾ ਕਰਨ ਦਾ ਪ੍ਰੋਵੀਜ਼ਨ ਰੱਖਿਆ ਗਿਆ। ਇਸ ਦੇ ਬਾਵਜੂਦ ਵੀ ਯੂਨੀਅਨ ਦੇ ਨਾਲ ਸੰਬੰਧਿਤ 55000 ਐਜੂਕੇਸ਼ਨ ਵਰਕਰਾਂ ਵੱਲੋਂ ਹੜਤਾਲ ਵਿੱਢ ਦਿੱਤੀ ਗਈ ਸੀ, ਪਰ ਬਾਅਦ ਦੇ ਵਿੱਚ ਫੋਰਡ ਸਰਕਾਰ ਅਤੇ ਵਰਕਰਾਂ ਦੀ ਯੂਨੀਅਨ ਦਰਮਿਆਨ ਇਹ ਸਮਝੌਤਾ ਹੋਇਆ ਕਿ ਫੋਰਡ ਸਰਕਾਰ ਆਪਣੇ ਬਿੱਲ ਨੂੰ ਵਾਪਸ ਲਵੇਗੀ ਅਤੇ ਐਗਰੀਮੈਂਟ ਲਈ ਦੋਵੇਂ ਧਿਰਾਂ ਦਰਮਿਆਨ ਗੱਲਬਾਤ ਜਾਰੀ ਰਹੇਗੀ। ਫਿਲਹਾਲ ਵੀ ਦੋਵੇਂ ਧਿਰਾਂ ਦਰਮਿਆਨ ਟੇਬਲ ਉੱਤੇ ਗੱਲਬਾਤ ਜਾਰੀ ਹੈ, ਪਰ ਕੋਈ ਸਮਝੌਤਾ ਨਹੀਂ ਹੋ ਸਕਿਆ ਕਿਉਂਕਿ ਪ੍ਰੋਵਿੰਸ਼ੀਅਲ ਸਰਕਾਰ ਸਿਰਫ ਘੱਟ ਤਨਖਾਹ ਵਾਲੇ ਮੁਲਾਜ਼ਮਾਂ ਨੂੰ ਹੀ ਜ਼ਿਆਦਾ ਵਾਧਾ ਦੇਣ ਲਈ ਤਿਆਰ ਹੈ, ਜਦਕਿ ਯੂਨੀਅਨ ਵੱਲੋਂ ਹਰ ਇੱਕ ਮੁਲਾਜ਼ਮ ਲਈ ਬਰਾਬਰ ਵਾਧੇ ਦੀ ਮੰਗ ਕੀਤੀ ਜਾ ਰਹੀ ਹੈ। ਇਹਨਾਂ ਹਾਲਾਤਾਂ ਵਿੱਚ ਬੱਚਿਆਂ ਦੇ ਮਾਪੇ ਜ਼ਰੂਰ ਫਿਕਰਮੰਦ ਹਨ ਕਿ ਜੇ ਸਮਝੌਤਾ ਨਾ ਹੋਇਆ ਤਾਂ ਅਧਿਆਪਕ ਦੁਬਾਰਾ ਹੜਤਾਲ ਤੇ ਜਾ ਸਕਦੇ ਨੇ, ਜਿਸ ਨਾਲ ਬੱਚਿਆਂ ਦੀ ਪੜ੍ਹਾਈ ਦਾ ਨੁਕਸਾਨ ਜ਼ਿਆਦਾ ਹੋਏਗਾ। ਪਿਛਲੇ ਹਫ਼ਤੇ ਪ੍ਰੀਮੀਅਰ ਫੋਰਡ ਵੱਲੋਂ ਹੜਤਾਲ ਉੱਤੇ ਗਏ ਵਰਕਰਸ ਦੇ ਕੰਮ ਉੱਤੇ ਪਰਤਣ ਬਦਲੇ ਇਸ ਬਿੱਲ ਨੂੰ ਰੱਦ ਕਰਨ ਦੀ ਪੇਸ਼ਕਸ਼ ਕੀਤੀ ਗਈ ਸੀ। ਇਸ ਤੋਂ ਬਾਅਦ ਹੜਤਾਲੀ ਮੁਲਾਜ਼ਮ ਕੰਮ ਉੱਪਰ ਆ ਗਏ ਸਨ। ਹੁਣ ਦੋਵੇਂ ਧਿਰਾਂ ਨਵੇਂ ਸਿਰੇ ਤੋਂ ਗੱਲਬਾਤ ਕਰ ਰਹੀਆਂ ਨੇ ਅਤੇ ਇਹ ਬਿੱਲ ਵੀ ਹੁਣ ਰੱਦ ਹੋ ਜਾਣਾ ਹੈ। 2023 ਲਈ ਇਸ ਹਫ਼ਤੇ ਜਾਰੀ ਹੋਈ ਦਰਜੇਬੰਦੀ ਦੇ ਹਿਸਾਬ ਨਾਲ ਕੈਨੇਡਾ ਦੇ 5 ਸ਼ਹਿਰਾਂ ਨੂੰ ਦੁਨੀਆ ਭਰ ਦੇ 100 ਬਿਹਤਰੀਨ ਸ਼ਹਿਰਾਂ ਵਿੱਚੋਂ ਚੁਣਿਆ ਗਿਆ ਹੈ। ਜਿਨ੍ਹਾਂ ਸ਼ਹਿਰਾਂ ਦੀ ਇੱਥੇ ਗੱਲ ਕੀਤੀ ਜਾ ਰਹੀ ਹੈ ਉਹਨਾਂ ਦੀ ਆਬਾਦੀ 1 ਮਿਲੀਅਨ ਤੋਂ ਜ਼ਿਆਦਾ ਹੈ। BC ਦੀ ਇੱਕ ਮਾਰਕੀਟਿੰਗ ਕੰਸਲਟੈਂਸੀ ਰੋਜ਼ੈਂਸ ਕੰਸਲਟੈਂਸੀ ਦੀ ਵਰਲਡ ਵੈਸਟ ਸਿਟੀਜ਼ ਦੀ ਰਿਪੋਰਟ ਅਨੁਸਾਰ ਇਹਨਾਂ ਸ਼ਹਿਰਾਂ ਵਿੱਚ ਟੋਰਾਂਟੋ, ਮੌਂਟਰੀਅਲ, ਕੈਲਗਰੀ, ਵੈਨਕੂਵਰ ਤੇ ਓਟਵਾ ਪਹਿਲੇ 100 ਸ਼ਹਿਰਾਂ ਦੇ ਵਿੱਚ ਸ਼ਾਮਲ ਨੇ। ਇਸ ਸੂਚੀ ਨੂੰ ਜਾਰੀ ਕਰਨ ਵਾਲਿਆਂ ਨੇ ਦੱਸਿਆ ਹੈ ਕਿ ਇਹ ਦਰਜੇਬੰਦੀ ਵੱਡੇ ਪੱਧਰ ਉੱਤੇ ਕਈ ਕਾਰਨਾਂ ਨੂੰ ਧਿਆਨ 'ਚ ਰੱਖ ਕੇ ਕੀਤੀ ਜਾਂਦੀ ਹੈ। ਇਹਨਾਂ ਲਈ ਮੁੱਖ ਤੌਰ ਤੇ ਰੁਜ਼ਗਾਰ ਮੁਹੱਈਆ ਕਰਵਾਉਣਾ, ਨਿਵੇਸ਼ ਤੇ ਟੂਰਿਜ਼ਮ ਆਦਿ ਵਰਗੇ ਕਾਰਕ ਜ਼ਿੰਮੇਵਾਰ ਹੁੰਦੇ ਨੇ। ਵੰਨ-ਸੁਵੰਨਤਾ, ਐਜੂਕੇਸ਼ਨ ਤੇ ਵੱਡੀਆਂ ਕੰਪਨੀਆਂ ਦੇ ਹੈੱਡ ਆਫਿਸ ਦੀ ਵੱਡੀ ਗਿਣਤੀ ਇਹਨਾਂ ਸ਼ਹਿਰਾਂ ਵਿੱਚ ਹੋਣਾ ਵੀ ਇਸ ਦਾ ਵੱਡਾ ਕਾਰਨ ਹੈ ਕਿ ਟੋਰਾਂਟੋ ਨੂੰ ਕੈਨੇਡਾ ਦਾ ਬਿਹਤਰੀਨ ਦੁਨੀਆ ਦਾ 24ਵਾਂ ਬਿਹਤਰੀਨ ਸ਼ਹਿਰ ਦੱਸਿਆ ਗਿਆ ਹੈ। ਮੌਂਟਰੀਅਲ ਜੋ ਕਿ ਕੈਨੇਡਾ ਦਾ ਦੂਜਾ ਸਭ ਤੋਂ ਬਿਹਤਰੀਨ ਸ਼ਹਿਰ ਹੈ ਤੇ ਆਮਦਨ ਦੀ ਬਰਾਬਰੀ, ਸੱਭਿਆਚਾਰ ਅਤੇ ਮੈਗਿਲ ਯੂਨੀਵਰਸਿਟੀ ਦੇ ਨਾਲ-ਨਾਲ ਟੈਕਨੀਕਲ ਪੱਖੋਂ ਮਹਾਰਤ ਵਿਦੇਸ਼ੀ ਨਿਵੇਸ਼ ਖਿੱਚਣ ਲਈ ਕਾਫੀ ਹੈ। ਕੈਲਗਰੀ 65ਵੇਂ ਸਥਾਨ ਉੱਪਰ ਆਇਆ। ਇਸ
ਪਿੱਛੇ ਇੱਥੋਂ ਦੀ ਨੌਜਵਾਨ ਆਬਾਦੀ ਸਿੱਖਿਆ ਤੱਕ ਪਹੁੰਚ, ਆਮਦਨ ਵਿੱਚ ਸਮਾਨਤਾ ਤੇ ਜ਼ਿੰਦਗੀ ਦਾ ਬਿਹਤਰੀਨ ਮਿਆਰ ਜ਼ਿੰਮੇਵਾਰ ਹੈ। ਮੈਟਰੋ ਵੈਨਕੂਵਰ ਨੂੰ ਇਸ ਸੂਚੀ ਵਿੱਚ 69ਵੇਂ ਸਥਾਨ ਉੱਪਰ ਰੱਖਿਆ ਗਿਆ। ਇੱਥੇ ਆਮਦਨ ਦੀ ਬਰਾਬਰੀ, ਬਿਹਤਰੀਨ ਯੂਨੀਵਰਸਿਟੀਜ਼, ਸੇਫਟੀ ਤੇ ਕੁਦਰਤੀ ਨਜ਼ਾਰਿਆਂ ਕਾਰਨ ਵੈਨਕੂਵਰ ਨੂੰ 100 ਸੋਹਣੇ ਸ਼ਹਿਰਾਂ ਵਿੱਚ ਥਾਂ ਦਿੱਤੀ ਗਈ ਹੈ। ਕੈਨੇਡਾ ਦੀ ਰਾਜਧਾਨੀ ਓਟਵਾ ਨੂੰ ਸਿੱਖਿਆ, ਰਹਿਣੀ ਸਹਿਣੀ ਲਈ ਘੱਟ ਖਰਚੇ ਤੇ ਰੋਜ਼ਗਾਰ ਦੀ ਉਪਲਬਧਤਾ ਕਾਰਨ ਬਿਹਤਰੀਨ ਸ਼ਹਿਰਾਂ ਦੀ ਸੂਚੀ 'ਚ ਸ਼ਾਮਲ ਕੀਤਾ ਗਿਆ ਹੈ। ਇਸ ਸੂਚੀ ਦੇ ਵਿੱਚ ਜੇਕਰ ਪਹਿਲੇ 10 ਸ਼ਹਿਰਾਂ ਦੀ ਗੱਲ ਕੀਤੀ ਜਾਵੇ ਤਾਂ ਉਸ ਵਿੱਚ ਪੈਰਿਸ, ਨਿਊਯਾਰਕ, ਟੋਕੀਓ, ਦੁਬਈ, ਬਾਰਸੀਲੋਨਾ, ਰੋਮ ਅਤੇ ਮੈਡਰਿਡ ਸਮੇਤ ਸਿੰਗਾਪੁਰ ਸ਼ਾਮਲ ਹੈ। ਹੁਣ ਪੰਪ ਉੱਪਰ ਪੈਸੇ ਬਚਾਉਣ ਲਈ ਓਨਟਾਰੀਓ ਵਾਸੀਆਂ ਨੂੰ ਜਿਸ ਟੈਕਸ ਕੱਟ ਦੀ ਲੋੜ ਸੀ, ਉਸ ਆਰਜ਼ੀ ਟੈਕਸ ਕੱਟ ਨੂੰ 1 ਸਾਲ ਲਈ ਹੋਰ ਵਧਾ ਦਿੱਤਾ ਗਿਆ ਹੈ। ਇਸ ਸੰਬੰਧੀ ਐਲਾਨ ਪ੍ਰੀਮੀਅਰ ਫੋਰਡ ਵੱਲੋਂ ਕੀਤਾ ਗਿਆ। ਫੋਰਡ ਨੇ ਆਖਿਆ ਕਿ ਉਹਨਾਂ ਦੀ ਸਰਕਾਰ ਅਜਿਹਾ ਬਿੱਲ ਲਿਆਉਣਾ ਚਾਹੁੰਦੀ ਹੈ ਜਿਸ ਰਾਹੀਂ ਗੈਸ ਦੀਆਂ ਕੀਮਤਾਂ ਨੂੰ 5 ਤੋਂ 7 ਸੈਂਟ ਪ੍ਰਤੀ ਲੀਟਰ ਤੱਕ ਘਟਾਉਣ ਵਾਲੀ ਟੈਕਸ ਬ੍ਰੇਕ ਨੂੰ 2023 ਦੇ ਅੰਤ ਤੱਕ ਜਾਰੀ ਰੱਖਿਆ ਜਾ ਸਕੇ। ਇਹ ਕਟੌਤੀ ਸਭ ਤੋਂ ਪਹਿਲਾਂ ਜੁਲਾਈ ਨੂੰ ਪ੍ਰਭਾਵੀ ਹੋਈ ਸੀ ਤੇ ਇਸ ਦੀ ਮਿਆਦ 31 ਦਸੰਬਰ ਨੂੰ ਮੁੱਕਣ ਵਾਲੀ ਸੀ। ਟੋਰਾਂਟੋ ਦੇ ਪੱਛਮੀ ਸਿਰੇ ਉੱਤੇ ਇੱਕ ਗੈਸ ਸਟੇਸ਼ਨ ਉੱਤੇ ਗੱਲ ਕਰਦਿਆਂ ਫੋਰਡ ਨੇ ਆਖਿਆ ਕਿ ਸਾਨੂੰ ਪਤਾ ਹੈ ਕਿ ਹਰ ਡਾਲਰ ਮਦਦ ਕਰਦਾ ਹੈ। ਇਹ ਗੈਸ ਟੈਕਸ ਕਟੌਤੀ ਓਨਟਾਰੀਓ ਵਾਸੀਆਂ ਦੇ ਪੈਸੇ ਬਚਾਉਣ ਲਈ ਕੀਤਾ ਜਾਣ ਵਾਲਾ ਸਾਡੀ ਸਰਕਾਰ ਦਾ ਇੱਕ ਹੋਰ ਉਪਰਾਲਾ ਹੈ। ਪ੍ਰੀਮੀਅਰ ਫੋਰਡ ਨੇ ਆਖਿਆ ਕਿ ਇਹ ਫੈਸਲਾ ਲੈਣ ਪਿੱਛੇ ਵੱਡਾ ਕਾਰਨ ਮਹਿੰਗਾਈ ਵਿੱਚ ਹੋਇਆ ਵਾਧਾ ਅਤੇ ਗਲੋਬਲ ਪੱਧਰ ਉੱਪਰ ਅਰਥਚਾਰੇ 'ਚ ਚੱਲ ਰਹੀ ਅਸਥਿਰਤਾ ਹੈ। ਇਸ ਨਾਲ ਡੀਜ਼ਲ ਦੀਆਂ ਕੀਮਤਾਂ ਵਿੱਚ 5 ਤੋਂ 3 ਸੈਂਟ ਪ੍ਰਤੀ ਲੀਟਰ ਘਾਟੇ ਨੂੰ ਵੀ ਬਰਕਰਾਰ ਰੱਖਿਆ ਜਾਵੇਗਾ। ਫੋਰਡ ਦੇ ਅੰਦਾਜ਼ੇ ਮੁਤਾਬਕ ਇਸ ਟੈਕਸ ਕਟੌਤੀ ਨਾਲ ਔਸਤ ਘਰਾਂ ਨੂੰ 18 ਮਹੀਨਿਆਂ ਦੇ ਅਰਸੇ ਦੌਰਾਨ $195 ਦੀ ਬਚਤ ਹੋਵੇਗੀ। 2023 ਦੇ ਅੰਤ ਤੱਕ ਪ੍ਰੋਵਿੰਸ ਵਿੱਚ ਗੈਸ ਤੇ ਡੀਜ਼ਲ ਉੱਤੇ ਟੈਕਸ ਦੀ ਦਰ 9 ਸੈਂਟ ਪ੍ਰਤੀ ਲੀਟਰ ਰਹੇਗੀ। ਇਸ ਫੈਸਲੇ ਉੱਤੇ ਵਿਰੋਧੀ ਧਿਰ NDP ਨੇ ਆਖਿਆ ਕਿ ਪ੍ਰੀਮੀਅਰ ਨੂੰ ਗੈਸ ਟੈਕਸ ਸਕੀਮ ਵਿੱਚ ਕਟੌਤੀ ਦੀ ਥਾਂ ਜਾਂ ਵਾਧਾ ਕਰਨ ਦੀ ਥਾਂ ਗਰੋਸਰੀ, ਹਾਊਸਿੰਗ ਅਤੇ ਰਹਿਣ ਸਹਿਣ ਦੀਆਂ ਕੀਮਤਾਂ ਨੂੰ ਠੱਲ ਪਾਉਣ ਵੱਲ ਧਿਆਨ ਦੇਣਾ ਚਾਹੀਦਾ ਸੀ। ਪ੍ਰੋਵਿੰਸ ਦੀ ਇਕਨੋਮਿਕ ਸਟੇਟਮੈਂਟ ਦੇ ਨਾਲ ਹੀ ਟੈਕਸ ਕਟੌਤੀ ਸੰਬੰਧੀ ਇਹ ਬਿੱਲ ਪੇਸ਼ ਕੀਤਾ ਗਿਆ। ਇਸ ਦੌਰਾਨ ਪ੍ਰੀਮੀਅਰ ਫੋਰਡ ਨੂੰ ਜਦੋਂ ਪੁੱਛਿਆ ਗਿਆ ਕਿ ਮਾਸਕ ਸੰਬੰਧੀ ਨਿਯਮਾਂ ਨੂੰ ਸਰਕਾਰ ਤਬਦੀਲ ਕਰਨ ਜਾ ਰਹੀ ਹੈ, ਕਿ ਮਾਸਕ ਦੁਬਾਰਾ ਲਾਗੂ ਹੋ ਸਕਦੇ ਨੇ, ਤਾਂ ਪ੍ਰੀਮੀਅਰ ਫੋਰਡ ਵੱਲੋਂ ਇਸ ਸੰਬੰਧੀ ਗੋਲਮੋਲ ਜਵਾਬ ਦਿੱਤਾ ਗਿਆ ਅਤੇ ਉਹਨਾਂ ਨੇ ਤੇਲ ਤੇ ਟੈਕਸ ਕਟੌਤੀ ਉੱਪਰ ਹੀ ਆਪਣਾ ਧਿਆਨ ਕੇਂਦਰਿਤ ਰੱਖਿਆ। ਕੈਨੇਡਾ ਦੇ ਵਿਦੇਸ਼ ਮਾਮਲਿਆਂ ਬਾਰੇ ਮੰਤਰੀ ਦਾ ਕਹਿਣਾ ਹੈ ਕਿ ਉਹ ਆਪਣੇ ਰੂਸੀ ਹਮਰੁਤਬਾ ਨਾਲ ਮੁਲਾਕਾਤ ਨਹੀਂ ਕਰਨਗੇ। ਮੇਲਾਨੀ ਜੋਲੀ ਦਾ ਕਹਿਣਾ ਹੈ ਕਿ ਉਹ ਕੁਝ ਮੁੱਦਿਆਂ ਉੱਤੇ ਚੀਨ ਨਾਲ ਕੰਮ ਕਰਨ ਲਈ ਵਿਚਾਰ ਕਰ ਸਕਦੇ ਨੇ, ਪਰ ਉਹਨਾਂ ਕਿਹਾ ਹੈ ਕਿ ਰੂਸ ਨਾਲ ਇੱਕ ਪਰਾਏ ਵਾਂਗ ਹੀ ਵਿਵਹਾਰ ਕੀਤਾ ਜਾਣਾ ਚਾਹੀਦਾ ਹੈ। ਜੋਲੀ ਨੇ ਕਿਹਾ ਕਿ ਇੱਥੇ ਪ੍ਰਭਾਵ ਦੀ ਲੜਾਈ ਹੋ ਰਹੀ ਹੈ। ਸਾਡਾ ਟੀਚਾ ਰੂਸ ਨੂੰ ਆਰਥਿਕ, ਰਾਜਨੀਤਿਕ ਅਤੇ ਕੂਟਨੀਤਿਕ ਤੌਰ ਤੇ ਅਲੱਗ-ਥਲੱਗ ਕਰਨਾ ਹੈ। At the core of our engagement in the region is ASEAN, this very important organization which regroups many countries of the region. And today I'm glad to announce that Canada will become a strategic partner for ASEAN, and that is important. Why? Because it brings Canada to the table for the long run, for the long term, talking to these countries and engaging together on key aspects of the region. I also had the chance to meet with my colleagues from India, from Vietnam and from Ukraine a bit earlier today. And also I would like just to remind you the important announcement that the Prime Minister made regarding the beginning of the unveiling of our Indo-Pacific strategy, particularly more development assistance for the region. Second, scholarships for Canadians wanting to study here in the region and people from ASEAN countries wanting to study in Canada. And also an important ocean management fund which will be extremely important to tackle the issue of illegal fishing and everything linked with the respect of the UN Convention on the Law of the Sea. Reality is Canada sits next to China at the G20 because Canada and China are in alphabetical order. So we'll have on occasions to, moments to engage, and we will do so. And as I said just in French,
Our approach is principled. We said that we would be challenging when we ought to. We said that we would be cooperating when we must when it comes to China. China is a global disruptive power, and now we've just outlined exactly how we will engage with China. Minister Kuleba and I talk to each other pretty much every week, so we're now very good friends. I wanted to update him from my meetings at the G7 that happened in Germany last week. I wanted to make sure to understand what was happening on the ground in Ukraine and just reiterate our steadfast support to Ukraine. Definitely we've done a lot, but we will do more, and more will be announced in the coming days. Sergei Lavrov is here right now. He's also going to be at the G20 by the sounds of it. Any chance that you are going to want to meet with him to discuss the war in Ukraine? Well, we've been clear with Russia. Our goal is to isolate Russia economically, politically and diplomatically. ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।